ਦੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰੋਗਰਾਮ ਅਸੀਂ ਲੈ ਕੇ ਹਾਜ਼ਰ ਹੋ ਗਏ ਜੀ। ਅਰਥ ਸ਼ਾਸਤਰ ਇੱਕ ਗੁੱਜਾ ਰਹੱਸ। ਅਰਥ ਸ਼ਾਸਤਰ ਦੇ ਵਿਸ਼ਿਆਂ ਦੇ ਮਾਹਰ ਮੇਰੇ ਨਾਲ ਜੁੜ ਬੈਠੇ ਨੇ ਨਿਰਮਲ ਢੀਂਡਸਾ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਢੀਂਡਸਾ ਸਾਹਿਬ, ਕਾਫੀ ਦਿਨਾਂ ਬਾਅਦ ਅੱਜ ਹਾਜ਼ਰੀ ਲੱਗੀ, ਤੁਹਾਡਾ ਸਵਾਗਤ ਹੈ, ਵੈਲਕਮ ਜੀ ਆਇਆਂ। ਦੂਰੀ ਤੀਰੀ ਮਿਹਰਬਾਨੀ ਜਨਾਬ, ਥੈਂਕ ਯੂ ਸਰ। ਹਾਂਜੀ, ਜਿੰਨੇ ਦਿਨ ਮਿਸ ਰਹੇ ਉਨੀ ਵਾਰ ਤੁਹਾਨੂੰ ਹੁਣ ਦੁਬਾਰਾ ਜੀ ਆਇਆਂ। ਥੈਂਕ ਯੂ। ਬਹੁਤ ਅਹਿਮ ਮਸਲੇ ਚੱਲ ਰਹੇ ਸਾਡੇ ਆਲੇ ਦੁਆਲੇ। ਕੈਨੇਡਾ 'ਚ ਬੈਠੇ ਵੀ ਅਸੀਂ ਸਵਰਗ ਦੀ ਧਰਤੀ ਕਹਿੰਦੇ ਹਾਂ। ਇੱਥੇ ਵੀ ਜਿਹੜਾ ਇਨਫਲੇਸ਼ਨ ਹੈ, ਮਹਿੰਗਾਈ ਆ, ਉਹਨੇ ਵੱਟ ਕੱਢੇ ਪਏ ਆ। ਤੇਲ $2 ਨੂੰ ਪਹੁੰਚ ਗਿਆ ਅਤੇ ਯੂਕਰੇਨ ਰਸ਼ੀਆ ਦੇ ਯੁੱਧ ਦੇ ਹਾਲਾਤ ਹੋਣ ਕਰਕੇ ਸਭ ਕੁਝ ਭੁਗਤ ਰਹੇ ਆ, ਜਾਂ ਇਹਦੇ ਪਿੱਛੇ ਕੁਝ ਹੋਰ ਕਾਰਨ ਵੀ ਨਜ਼ਰ ਆ ਰਹੇ? ਦੇਖੋ, ਬਹੁਤ ਸਾਰੇ ਰੀਜ਼ਨ ਹੈ। ਸਾਰਾ ਜਿਹੜਾ ਵਰਲਡ ਹੈ ਉਹ ਪਹਿਲਾਂ ਤਾਂ ਕੋਵਿਡ-19 ਆ ਗਿਆ। ਉਹ ਕੋਵਿਡ-19 ਨਾਲ ਜੂਝਦਾ ਰਿਹਾ। ਜੋ ਉਹਦੇ 'ਚੋਂ ਨਿਕਲੇ ਉਹ ਤੋਂ ਬਾਅਦ ਫਿਰ ਆ ਗਿਆ ਆਲ ਆਫ ਏ ਸਡਨ ਰਸ਼ੀਆ ਅਤੇ ਯੂਕਰੇਨ ਦਾ ਮਸਲਾ। ਰਸ਼ੀਆ ਅਤੇ ਯੂਕਰੇਨ ਨੇ ਸਾਰਾ, ਕਿਉਂਕਿ ਵਰਲਡ ਉਹ ਵਰਲਡ ਨਹੀਂ ਰਿਹਾ ਅੱਜ, ਇੰਟਰ ਰਿਲੇਟਡ ਗਲੋਬਲ ਇਕੋਨਮੀ ਆ। ਉਹਦਾ ਇਫੈਕਟ ਇੱਕ ਦੂਸਰੇ ਦੇ ਕੰਟਰੀ ਦੇ ਉੱਤੇ, ਸਾਰੇ ਵਰਲਡ ਦੇ ਉੱਤੇ ਗਹਿਰਾ ਪੈਂਦਾ। ਫੋਰ ਐਗਜ਼ਾਮਪਲ, ਜਿਹੜੀ ਯੂਕਰੇਨ ਦੀ ਹੁਣ ਫਾਈਟ ਸ਼ੁਰੂ ਹੋਈ ਆ, ਉਹ ਫਾਈਟ ਹੋਣ ਦੇ ਨਾਲ ਜਿਹੜੀਆਂ ਤੁਸੀਂ ਦੇਖਿਆ ਹੋਊਗਾ ਕਿ ਸਟੋਰਾਂ 'ਚ ਜਾ ਕੇ ਹਰ ਚੀਜ਼ ਕਿੰਨੀ ਮਹਿੰਗੀ ਹੋ ਗਈ। ਈਵਨ ਕਮੋਡਿਟੀਜ਼ ਇੱਥੇ ਤੱਕ, ਕਿਉਂਕਿ ਜਿਹੜੀ 1/3 ਵੀਟ, ਕੋਰਨ ਅਤੇ ਸੋਇਆਬੀਨ ਵਗੈਰਾ ਉਹ ਰਸ਼ੀਆ ਅਤੇ ਯੂਕਰੇਨ 'ਚੋਂ ਆਉਂਦੀ ਸੀ, ਉਹ ਸਾਰੀ ਉਹ 'ਚ ਖੜੋਤ ਆ ਗਈ। ਐਂਡ ਉਹ ਆਉਣ ਦੇ ਨਾਲ ਉਹਦੇ ਫਿਰ ਕੰਸੀਕੁਐਂਸਿਸ ਹੋ ਰਿਹਾ, ਸਾਰਾ ਵਰਲਡ ਉਹਨੂੰ ਭੁਗਤ ਰਿਹਾ। ਐਂਡ ਇਹ ਮੈਨੂੰ ਲੱਗਦਾ ਸ਼ੁਰੂਆਤ ਹੀ ਹੈ ਹਾਲੇ, ਕਿਉਂਕਿ ਕੰਟਰੀਆਂ ਦੇ ਵਿੱਚ ਰਵਾਇਟ ਹੋਣੇ ਸ਼ੁਰੂ ਹੋ ਗਏ। ਬਹੁਤ ਸਾਰੇ ਕੰਟਰੀ ਇਰਾਕ ਦੇ ਵਿੱਚ ਰਵਾਇਟ ਹੋਏ ਆ, ਲਿਬੀਆ 'ਚ ਰਵਾਇਟ ਹੋਏ ਆ ਫੂਡ ਦੇ ਉੱਤੇ। ਹੁਣ ਤੁਸੀਂ ਪਿਛਲੀ ਦਿਨੀ ਸ੍ਰੀਲੰਕਾ ਦੀ ਵੀ ਸਿਚੁਏਸ਼ਨ ਪੜ੍ਹੀ ਆ। ਸ੍ਰੀਲੰਕਾ ਤਾਂ ਉਹਦਾ ਵੀ ਓਨਾ ਬੁਰਾ ਹਾਲ ਹੈ ਜਿੰਨੇ ਬਾਕੀ ਕੰਟਰੀਆਂ ਦੇ ਵਿੱਚ ਜਿੱਥੇ ਰਵਾਇਟਸ ਹੋਏ ਆ, ਕਿਉਂਕਿ ਫੂਡ ਨਹੀਂ ਮਿਲ ਰਿਹਾ, ਬੇਸਿਕ ਚੀਜ਼ਾਂ ਨਹੀਂ ਮਿਲ ਰਹੀਆਂ, ਐਂਡ ਆਇਲ ਕਿੰਨਾ ਮਹਿੰਗਾ ਹੋ ਗਿਆ। ਐਂਡ ਉਹਨਾਂ ਕੰਟਰੀਆਂ ਦੇ ਕੋਲ ਜਿਹੜੀ ਫੋਰਨ ਕਰੰਸੀ ਸੀ ਉਹ ਵੀ ਖਤਮ ਹੁੰਦੀ ਜਾ ਰਹੀ ਹੈ। ਸੋ ਇਹ ਜਿਹੜਾ ਫਾਈਟ ਦਾ ਗਹਿਰਾ ਅਸਰ ਸਾਰੇ ਵਰਲਡ 'ਚ ਦੇਖਣ ਨੂੰ ਮਿਲ ਰਿਹਾ। ਜੇ ਇਹ ਫਾਈਟ ਨਾ ਖਤਮ ਹੋਈ, ਉਹਦੀ ਸਿਚੁਏਸ਼ਨ ਪਤਾ ਨਹੀਂ ਕੀ ਬਣਨੀ ਆ, ਕਿਉਂਕਿ ਜੋ ਰਸ਼ੀਆ ਨੇ ਚਾਹਿਆ ਸੀ ਕਿ ਅਸੀਂ ਜਿਸ ਹਿਸਾਬ ਦੇ ਨਾਲ ਉਹ ਕਹਿੰਦੇ ਆ ਜੀ ਸਪੈਸ਼ਲ ਮਿਲਟਰੀ ਆਪਰੇਸ਼ਨ, ਇਟਸ ਨਾਟ ਅ ਸਪੈਸ਼ਲ ਮਿਲਟਰੀ ਆਪਰੇਸ਼ਨ, ਇਟਸ ਅ ਵਾਰ ਅਗੇਂਸਟ ਯੂਕਰੇਨ। ਅੱਜ ਉਹ ਯੁੱਗ ਨਹੀਂ ਰਹਿ ਗਿਆ ਕਿ ਕੰਧਾ ਪਾ ਕੇ ਆਪਣੇ ਸਿਟੀਜ਼ਨਸ ਨੂੰ ਰੋਕਿਆ ਜਾਵੇ। ਅੱਜ ਉਹ ਯੁੱਗ ਨਹੀਂ ਰਹਿ ਗਿਆ ਕਿ ਤੁਸੀਂ ਆਪਣਾ ਸਿਸਟਮ ਦੂਸਰੇ ਦੇ ਉੱਤੇ ਥਾਪੋ, ਚਾਹੇ ਤੁਹਾਡੇ ਗੁਆਂਢ 'ਚ ਹੋਵੇ। ਹੁਣ ਜਿਹੜਾ ਰਸ਼ੀਆ ਦਾ ਮਿਸਟਰ ਪੁਟਿਨ ਦਾ ਜਿਹੜਾ ਸੁਪਨਾ ਕਿ ਰਸ਼ੀਅਨ ਇੰਪਾਇਰ ਮੁੜ ਕੇ ਫਿਰ ਕਾਇਮ ਕੀਤਾ ਜਾਵੇ, ਕਿੰਨੇ ਕੰਟਰੀ ਸਾਰੇ ਵੱਖਰੇ ਹੋ ਗਏ। ਉਹ ਵੱਖਰੇ ਹੋ ਕੇ ਉਹਨਾਂ ਦੇ ਉਹ ਸੋਵਰਨ ਕੰਟਰੀ ਬਣ ਗਏ। ਉਹਨਾਂ ਕੋਲ ਆਪਣੇ ਸਾਧਨ ਹੈ, ਆਪਣੀ ਉੱਥੇ ਦੀ ਨੈਸ਼ਨਲਿਜ਼ਮ ਹੈ, ਉਹਨਾਂ ਦੀਆਂ ਆਪਣੀਆਂ ਪਾਰਲੀਮੈਂਟਸ ਹੈ, ਉੱਥੇ ਇਲੈਕਸ਼ਨਾਂ ਹੋ ਰਹੀਆਂ। ਸੋ ਉਹਦੇ ਕਰਕੇ ਅੱਜ ਦੇ ਯੁੱਗ ਵਿੱਚ ਜਿਹੜਾ ਰਸ਼ੀਆ ਵੱਲੋਂ ਅਟੈਕ ਕੀਤਾ ਗਿਆ, ਡਜ਼ਨਟ ਮੈਟਰ ਹਾਊ ਯੂ ਜਸਟੀਫਾਈ, ਅੱਜ ਦੇ ਯੁੱਗ 'ਚ ਇਹ ਅਟੈਕ ਜਸਟੀਫਾਈ ਨਹੀਂ ਹੁੰਦਾ, ਔਰ ਨਾ ਹੀ ਉੱਥੇ ਦੇ ਲੋਕੀ ਕੋਈ ਝੱਲਦੇ ਆ। ਕੋਈ ਚਾਹੇ ਨੇਸ਼ਨ ਛੋਟੀ ਹੋਵੇ ਚਾਹੇ ਬੜੀ ਹੋਵੇ, ਕੋਈ ਨੇਸ਼ਨ ਇਹ ਬਰਦਾਸ਼ਤ ਨਹੀਂ ਕਰੂਗੀ ਕਿ ਉਹਦੇ 'ਤੇ ਇੱਦਾਂ ਅਟੈਕ ਕੀਤਾ ਜਾਵੇ। ਜੇ ਅਟੈਕ ਹੁੰਦਾ ਤਾਂ ਉਹਦੇ ਸੀਰੀਅਸ ਕੰਸੀਕੁਐਂਸਿਸ ਇਕੱਲੇ ਉਹਨਾਂ ਦੋ ਕੰਟਰੀਆਂ ਨੂੰ ਨਹੀਂ ਭੁਗਤਣੇ ਪੈਂਦੇ, ਉਹ ਸਾਰੇ ਵਰਲਡ ਨੂੰ ਭੁਗਤਣੇ ਪੈਂਦੇ ਆ। ਕਿਉਂਕਿ ਜਿਹੜੀ ਵਰਲਡ ਇਕੋਨਮੀ ਹੈ ਉਹ ਗਿੱਲ ਸਾਹਿਬ ਇੰਟਰ ਰਿਲੇਟਡ ਹੈ। ਇੰਟਰ ਰਿਲੇਟਡ ਇੱਦਾਂ, ਕਿਉਂਕਿ ਦੇਖੋ 1/3 ਜਿਹੜੀ ਕਮੋਡਿਟੀ ਆ ਵੀਟ, ਜਿਹੜੀ ਵੈਰੀ ਵਾਈਟਲ ਹੈ, ਬੜੀ ਜ਼ਰੂਰੀ ਆ। ਜਿਹੜੀ ਕਿਉਂਕਿ ਜਿੰਨੀ ਕਣਕ ਖਾਧੀ ਜਾਂਦੀ ਵਰਲਡ ਵਿੱਚ, ਜਿੰਨੇ ਚੌਲ ਖਾਧੇ ਜਾਂਦੇ ਵਰਲਡ ਵਿੱਚ, ਇੰਨਾ ਹੋਰ ਕੁਛ ਨਹੀਂ ਖਾਧਾ ਜਾਂਦਾ। ਹਰ ਚੀਜ਼ 'ਤੇ ਨਿਰਭਰ ਹੈ ਜੀ। ਅਤੇ ਜੇ ਤੁਹਾਨੂੰ ਫੂਡ ਹੀ ਨਾ ਮਿਲੇ ਤਾਂ ਉਹਦੇ 'ਤੇ ਰੋਇਲਟੀ ਹੋਣੀ ਹੈ। ਸੋ ਇਹ ਹੋ ਗਿਆ ਸ਼ੁਰੂ। ਐਂਡ ਦੂਜੇ ਪਾਸੇ ਕਮੋਡਿਟੀਜ਼, ਲੁੱਕ ਆਇਲ ਇਕੱਲਾ ਇੱਕ ਦੇਸ਼ ਵਿੱਚ ਨਹੀਂ ਜੀ, ਆਪਣੇ ਇੱਥੇ ਇਸ ਦੇਸ਼ ਵਿੱਚ ਵੀ ਤੁਸੀਂ ਦੇਖ ਲਓ ਵੀ ਇੱਦਾਂ ਲੱਗਦਾ ਵੀ ਹੁਣ 160 165 ਨੂੰ, $1.65 ਨੂੰ, 1.74 ਹਾਂਜੀ, ਮੈਂ ਉਹੀ ਕਿਹਾ ਪੌਣੇ $2 ਨੂੰ ਟੱਚ ਕਰਨ ਵਾਲਾ ਜੀ, $2 ਨੂੰ ਹੋ ਜਾਣਾ। ਹਾਂਜੀ, ਪ੍ਰੋਡਕਟ ਇਹ ਕੀਤਾ ਜਾਂਦਾ ਵੀ ਹੋ ਸਕਦਾ ਆਇਲ ਦੀ ਕੀਮਤ $200 ਨੂੰ ਹੋ ਜਾਏ। ਜੇ $200 ਨੂੰ ਹੋਊਗੀ ਤਾਂ ਡੈਫੀਨਿਟਲੀ ਪਤਾ ਨਹੀਂ ਦੇਅਰ ਗੋਨਾ ਬੀ ਰਿਸੈਸ਼ਨ, ਸਟੇਜ ਹੈਵ ਸੈਟ ਫਾਰ ਰਿਸੈਸ਼ਨ। ਅੱਛਾ, ਉਹ ਹੁਣ ਵਰਲਡ ਦੇ ਵਿੱਚੋਂ ਨਿਕਲ ਰਿਹਾ।
ਕੋਵਿਡ-19 ਦਾ ਕ੍ਰਾਈਸਿਸ ਖਤਮ ਹੋਇਆ ਸੀ ਤਾਂ ਵਰਲਡ ਨੇ ਥੋੜਾ ਸਾਹ ਲਿਆ ਸੀ, ਦੁਨੀਆ ਨੇ ਸਾਹ ਲਿਆ ਸੀ, ਉਹ ਇਕੋਨਮੀਜ਼ ਨੂੰ ਓਪਨ ਕਰਨਾ ਸ਼ੁਰੂ ਕਰ ਦਿੱਤਾ ਸੀ। ਜਿਹੜੇ ਮਾਸਕ ਲਾਉਣੇ ਵੀ, ਇਹ ਵੀ ਬਹੁਤ ਸਾਰੇ ਕੰਟਰੀਆਂ ਨੇ ਕਹਿ ਦਿੱਤਾ ਵੀ ਲਾਉਣ ਦੀ ਲੋੜ ਨਹੀਂ। ਆਲ ਆਫ ਅ ਸਡਨ ਯੂਕਰੇਨ ਦੀ ਸਿਚੁਏਸ਼ਨ ਆ ਗਈ। ਹੁਣ ਦੂਜੀ ਸਾਰੀ ਦੁਨੀਆ ਦੇ ਵਿੱਚ ਇਨਫਲੇਸ਼ਨ ਸਿਰ ਚੱਕ ਰਹੀ ਆ। ਉਹ ਇੱਦਾਂ ਲੱਗਦਾ ਵੀ ਜਿਹੜਾ ਇਨਫਲੇਸ਼ਨ ਦਾ ਪਟਾਰੀ ਵਿੱਚੋਂ ਸੱਪ ਨਿਕਲ ਗਿਆ, ਉਹ ਪਟਾਰੀ 'ਚੋਂ ਸੱਪ ਨਿਕਲ ਗਿਆ, ਉਹਨੂੰ ਹੁਣ ਬੀਨ ਬਜਾ ਕੇ ਇਕੱਠਾ ਕਰਨਾ ਬੜਾ ਮੁਸ਼ਕਲ ਹੁੰਦਾ ਜਾ ਰਿਹਾ, ਕਿਉਂਕਿ ਉਹ ਇਹਨਾਂ ਕੰਟਰੀਆਂ ਦੇ ਵਿੱਚ ਜਿਹੜੇ ਖਾਸ ਤੌਰ 'ਤੇ ਕੈਪੀਟਲਿਸਟ, ਇੰਪੀਰੀਅਲਿਸਟ, ਇੰਡਸਟਰੀਅਲ ਕੰਟਰੀ ਹੈ, ਇਹਨਾਂ ਕੋਲ ਇਹ ਹੁਣ ਬਾਕੀ ਸਾਰੇ ਹਥਿਆਰ ਛੱਡ ਕੇ ਇੱਕੋ ਇੱਕ ਹਥਿਆਰ ਰਹਿ ਗਿਆ ਕਿ ਹਾਈ ਇੰਟਰਸਟ ਰੇਟ। ਜੇ ਇਨਫਲੇਸ਼ਨ ਨੂੰ ਕੰਟਰੋਲ ਕਰਨਾ, ਉਹਨੂੰ ਪਟਾਰੀ 'ਚ ਮੁੜ ਕੇ ਲਿਆਉਣਾ, ਤਾਂ ਦੈਨ ਦੇ ਹੈਵ ਟੂ ਜੈਕ ਅਪ ਦੀ ਇੰਟਰਸਟ ਰੇਟ। ਹੁਣ ਇੱਥੇ ਇੱਕ ਅਜੀਬ ਸਿਚੁਏਸ਼ਨ ਦੇ ਵਿੱਚੋਂ ਗਿੱਲ ਸਾਹਿਬ ਵਰਲਡ ਇਕੋਨਮੀ ਲੰਘ ਰਹੀ ਆ। ਜੇ ਤਾਂ ਵਧਾਉਂਦੇ ਆ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ, ਇੰਟਰਸਟ ਰੇਟ ਵਧਾਉਂਦੇ ਆ, ਤਾਂ ਉਹਦੇ ਹੋਰ ਕਨਸੀਕੁਐਂਸਿਸ ਹੈ। ਆਪਾਂ ਜਿੱਦਾਂ ਕੋਈ ਮੈਡੀਸਨ ਲੈਂਦੇ ਆ ਤਾਂ ਉਹਦਾ ਸਾਈਡ ਇਫੈਕਟ ਵੀ ਆ, ਉਹਦਾ ਸਾਈਡ ਇਫੈਕਟ ਵੀ ਹੋਣਾ, ਕਿਉਂਕਿ ਉਹਦਾ ਸਾਈਡ ਇਫੈਕਟ ਇਹ ਆ ਕਿ ਕੀ ਇੰਟਰਸਟ ਰੇਟ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ, ਕੀ ਇੰਟਰਸਟ ਰੇਟ ਸੱਚੀ ਇਨਫਲੇਸ਼ਨ ਨੂੰ ਕੰਟਰੋਲ ਕਰ ਲੂ। ਇਨਫਲੇਸ਼ਨ ਨੂੰ ਕਿੱਦਾਂ ਕੰਟਰੋਲ ਕਰ ਲੈਣਗੇ ਜੇ ਸਪਲਾਈ ਐਂਡ ਡਿਮਾਂਡ ਨਹੀਂ, ਜੇ ਪਿੱਛੋਂ ਸਪਲਾਈ ਨਹੀਂ ਆ ਰਹੀ। ਹੁਣ ਤੁਸੀਂ ਦੇਖੋ ਯੂਕਰੇਨ ਦੀ ਫਾਈਟ ਨੇ ਅੱਜ ਕਿੰਨੇ ਕੰਟਰੀ ਬੈਂਕਰਪਸੀ ਦੇ ਲਾਗੇ ਲਿਆ ਕੇ ਖੜੇ ਕਰ ਦਿੱਤੇ। ਬੈਂਕਰਪਸੀ ਤੋਂ ਪਹਿਲਾਂ ਲੋਕੀ ਸਟਰਗਲ ਕਰਦੇ ਆ, ਕੰਟਰੀ ਸਟਰਗਲ ਕਰਦੇ ਆ, ਕੰਟਰੀ ਇਹ ਟਰਾਈ ਕਰਦੇ ਆ ਵੀ ਅਸੀਂ ਫੋਰਨ ਕਰੰਸੀ ਲੈ ਲਈਏ। ਅੱਜ ਇਹਦੀ ਸਭ ਤੋਂ ਵੱਧ ਪ੍ਰਾਈਸ ਯੂਰਪ ਪੇ ਕਰ ਰਿਹਾ ਜਾਂ ਰਸ਼ੀਆ ਅਤੇ ਯੂਕਰੇਨ ਕਰ ਰਿਹਾ ਆ। ਯੂਰਪ ਜ਼ਿਆਦਾ ਇਸ ਕਰਕੇ ਕਰ ਰਿਹਾ ਕਿਉਂਕਿ ਯੂਰਪ ਨੇ ਹੁਣ ਤੱਕ, ਜਿੱਦਾਂ ਸਾਊਦੀ ਅਰੇਬੀਆ ਨੇ ਹੁਣ ਤੱਕ ਕੋਈ ਇੰਡਸਟਰੀ ਇਸਟੈਬਲਿਸ਼ ਨਹੀਂ ਕੀਤੀ, ਯੂਰਪ ਨੇ ਵੀ ਇਹਦਾ ਅਲਟਰਨੇਟਿਵ ਨਹੀਂ ਲੱਭਿਆ। ਉੱਥੋਂ 40% ਜਿਹੜੀ ਗੈਸ ਹੈ ਉਹ ਨਿਰਭਰ ਹੈ। ਜਰਮਨ 70%, ਜਰਮਨ 70% ਹੈ। ਰਸ਼ੀਆ ਤੇ ਹੋਈ ਰਸ਼ੀਆ, ਜਰਮਨ ਤੇ ਨਾਰਵੇ, ਹਾਂਜੀ, ਇਹ 70% ਤੇ ਆ। ਸੋ ਇਸ ਲਈ ਹੁਣ ਅਲਟਰਨੇਟਿਵ ਲੱਭ ਰਹੇ ਆ। ਇਸੇ ਕਰਕੇ ਆ ਜਿਹੜੀ ਸੈਂਕਸ਼ਨਸ ਕੀਤੀਆਂ ਅਮਰੀਕਾ ਨੇ ਕੀਤੀਆਂ, ਕੈਨੇਡਾ ਨੇ ਕੀਤੀਆਂ, ਇੰਗਲੈਂਡ ਨੇ ਕੀਤੀਆਂ, ਹੋਰ ਬਹੁਤ ਸਾਰੇ ਕੰਟਰੀਆਂ ਨੇ ਕੀਤੀਆਂ, ਪਰ ਜਿਹੜਾ ਯੂਰਪੀਅਨ ਯੂਨੀਅਨ ਆ ਉਹਦੇ 'ਚ ਹੈਸੀਟੇਸ਼ਨ ਹੈ ਕਿਉਂਕਿ ਉੱਥੇ ਗੈਸ ਦੀ ਪ੍ਰਾਈਸ ਅਤੇ ਨੈਚੁਰਲ ਗੈਸ ਦੀ ਪ੍ਰਾਈਸ ਅਤੇ ਪੈਟਰੋਲ ਦੀ ਪ੍ਰਾਈਸ ਆਲਰੇਡੀ ਆਲਮੋਸਟ ਡਬਲ ਹੋ ਗਈ। ਸੋ ਇੱਦਾਂ ਲੱਗਦਾ ਵੀ ਜਿਹੜਾ ਰਿਸੈਸ਼ਨ ਆਲਮੋਸਟ ਰਿਸੈਸ਼ਨ ਜੇ ਬਹੁਤ ਕਈਆਂ ਕੰਟਰੀਆਂ 'ਤੇ ਆ ਚੁੱਕਿਆ, ਕਈ ਕੰਟਰੀ ਸਟਰਗਲ ਕਰ ਰਹੇ ਆ, ਅਤੇ ਦੂਜੇ ਕੰਟਰੀ ਜਿਹੜੇ ਇੰਡਸਟਰੀਅਲ ਕੰਟਰੀ ਹੈ ਜਿੱਦਾਂ ਕੈਨੇਡਾ, ਅਮਰੀਕਾ, ਇੱਥੇ ਦਾ ਜੇ ਤੁਸੀਂ ਸਟਾਕ ਮਾਰਕੀਟ ਦੇਖੋ, ਜੇ ਤੁਸੀਂ ਬੈਂਕ ਆਫ ਕੈਨੇਡਾ ਦੀਆਂ ਸਟੇਟਮੈਂਟਾਂ ਦੇਖੋ, ਤੁਹਾਨੂੰ ਉਹ ਦੱਸ ਰਹੀਆਂ ਕਿ ਹਾਈ ਇੰਟਰਸਟ ਰੇਟ ਇਜ਼ ਕਮਿੰਗ। ਅੱਜ ਦੀ ਸਿਚੁਏਸ਼ਨ 'ਚ ਬੈਂਕ ਆਫ ਕੈਨੇਡਾ ਦੇ ਡਿਪਟੀ ਗਵਰਨਰ ਨੇ ਅੱਜ ਇਹ ਕਹਿ ਦਿੱਤਾ ਕਿ ਜਿਹੜਾ ਕੈਨੇਡਾ ਦੇ ਵਿੱਚ ਇਨਫਲੇਸ਼ਨ 5.7% ਤੋਂ ਟੱਪਦੀ ਜਾ ਰਹੀ ਹੈ। ਜੇ ਤੁਸੀਂ ਰੀਅਲ ਇਨਫਲੇਸ਼ਨ ਦੇਖੋ, ਸਟੋਰਾਂ 'ਚ ਜਾਓ, ਜਿਹੜੀ ਪਿਛਲੇ ਹਫ਼ਤੇ ਸੀ ਕੀਮਤ ਉਹਨੂੰ ਕੰਪੇਅਰ ਕਰੋ ਅੱਜ ਦੇ ਹਫ਼ਤੇ ਦੇ ਨਾਲ। ਗੈਸ ਦੀ ਕੀਮਤ, ਮੈਂ ਤਾਂ ਜਿੱਦਣ ਦਾ ਇੱਥੇ ਕੈਨੇਡਾ ਦੇ ਵਿੱਚ ਆਇਆ ਮੈਂ ਕਦੇ ਦੇਖੀ ਨਹੀਂ ਸੀ। $1.75, $1.76, $2 ਨੂੰ ਇਟ ਗੋਨਾ ਵੀ ਸਰਪ੍ਰਾਈਜ਼। ਇੱਦਾਂ ਲੱਗਦਾ ਵੀ ਰਿਸੈਸ਼ਨ ਦੀ ਨੀਂਹ ਰੱਖੀ ਜਾ ਚੁੱਕੀ ਆ। ਇਹ ਕਿੱਦਾਂ ਦੇਰ ਆਰ ਦੀ ਸਟੇਜਸ। ਪਹਿਲਾਂ ਤਾਂ ਹਾਈ ਇੰਟਰਸਟ ਰੇਟ ਲਿਆਉਣਗੇ, ਕਿੰਨਾ ਹਾਈ ਇੰਟਰਸਟ ਰੇਟ ਆਉਂਦਾ ਡਿਪੈਂਡ ਕਰਦਾ ਵੀ ਜਿਹੜਾ ਹਾਈ ਇੰਟਰਸਟ ਰੇਟ ਕਿੰਨਾ ਕਿ ਇਹ ਕੰਟਰੋਲ ਕਰਦਾ। ਉਹ ਤੋਂ ਬਾਅਦ ਫਿਰ ਉਹਦੇ ਸਾਈਡ ਇਫੈਕਟ ਹੋਣੇ ਸ਼ੁਰੂ ਹੁੰਦੇ ਆ। ਹਾਲੇ ਤੱਕ ਤਾਂ ਸਾਈਡ ਇਫੈਕਟ ਸਭ ਤੋਂ ਵੱਧ ਸਾਈਡ ਇਫੈਕਟ ਹੋਣਾ ਘਰਾਂ ਦੇ ਉੱਤੇ, ਸਭ ਤੋਂ ਵੱਧ ਸਾਈਡ ਇਫੈਕਟ ਹੋਣਾ ਸਟਾਕ ਮਾਰਕੀਟ ਦੇ ਉੱਤੇ। ਘਰਾਂ ਦੇ ਉੱਤੇ ਇਸ ਵੇਲੇ ਸਿਚੁਏਸ਼ਨ ਇੱਦਾਂ ਦੀ ਹੁਣ ਬਣਦੀ ਜਾ ਰਹੀ ਹੈ ਕਿ ਜਿਹੜੀ ਅੱਗੇ ਬਿਡਿੰਗ ਵਾਰ ਹੁੰਦੀ ਸੀ, ਉਹ ਬਿਡਿੰਗ ਵਾਰ ਜੇ ਅੱਗੇ 20 ਬੰਦੇ ਉੱਤੇ ਬਿਡਿੰਗ ਵਾਰ ਕਰਦੇ ਸੀ, ਹੁਣ ਉਹ ਮੇਰੇ ਖਿਆਲ 50% ਤੋਂ ਵੀ ਘੱਟ ਰਹਿ ਗਈ। ਪਰ ਸਟੇਬਲ ਥੋੜਾ ਹੋਇਆ ਲੱਗਦਾ, ਸਟੇਬਲ ਮਾਰਕੀਟ ਹੋਈ ਨਜ਼ਰ ਆ ਰਹੀ ਆ। ਪਰ ਜਿਸ ਤਰ੍ਹਾਂ ਦਾ ਹੁਣ ਅੱਗੇ ਚੱਲ ਕੇ ਆਪਾਂ ਇਕੱਲੇ ਕੈਨੇਡਾ 'ਤੇ ਨਾ ਰਹੀਏ, ਉੱਤੇ ਵੀ ਗੱਲ ਕਰਦੇ ਹਾਂ। ਰੇਟ ਆਫ ਇੰਟਰਸਟ ਵਧਾਉਣ ਦੀ ਗੱਲ ਕੀਤੀ ਜਾ ਰਹੀ ਆ, ਅਤੇ ਇਹ ਤੋਂ ਜਿਹੜੇ ਤੁਸੀਂ ਸਾਈਡ ਇਫੈਕਟਸ ਗਿਣਾ ਰਹੇ ਹੋ ਨਾ, ਉਹ ਇਹ ਤੋਂ ਵੀ ਭਿਆਨਕ ਹੋਣੇ ਆ। ਜਿੱਥੇ ਹੁਣ ਘਰ 2-2, 2.5 ਲੱਖ ਓਵਰ ਆਸਕਿੰਗ ਜਾ ਰਹੇ ਸੀ ਨਾ, ਇਹਦੇ ਤੋਂ ਉਲਟੇ ਹੋਣਾ ਆ ਕਿ
ਜਿਹੜੇ ਨਵੇਂ ਇਮੀਗ੍ਰੈਂਟ ਆਉਣੇ ਆ ਜਾਂ ਜਿਹੜਾ ਸਾਡੇ ਕੋਲ ਹੁਣ ਵੀ ਲੋਕ ਨੇ, ਬਹੁਤ ਸਾਰੇ ਲੋਕ ਆਪਾਂ ਦੇਖਦੇ ਹਾਂ ਟੋਰਾਂਟੋ ਦੇ ਵਿੱਚ ਵੀ ਹੋਮਲੈਸ ਨੇ, ਉਹਨਾਂ ਦਾ ਤਾਂ ਸੁਪਨਾ ਹੀ ਹੋ ਗਿਆ ਘਰ, ਤੇ ਜੇ ਹਾਈ ਇੰਟਰਸਟ ਰੇਟ ਹੋ ਗਏ ਤੇ ਫਿਰ ਹੋਰ ਵੀ ਜ਼ਿਆਦਾ ਮੁਸ਼ਕਿਲ ਆ ਜਾਣੀ ਹੈ, ਦੋਨੇ ਪਾਸੇ ਮਰਦੇ ਆਪਾਂ। ਇਟ ਇਜ਼, ਇਹ ਇਕੱਲੇ ਕੈਨੇਡਾ ਦੀ ਸਿਚੁਏਸ਼ਨ ਨਹੀਂ, ਇਹ ਇੱਕ ਸਿਚੁਏਸ਼ਨ ਕੈਨੇਡਾ ਦੀ ਵੀ ਆ, ਅਮਰੀਕਾ ਦੀ ਵੀ ਆ, ਯੂਰਪ ਦੀ ਵੀ ਆ, ਯੂਰਪੀਅਨ ਯੂਨੀਅਨ ਦੀ ਆ, ਫਿਰ ਤੁਸੀਂ ਏਸ਼ੀਆ 'ਚ ਲੈ ਲਓ, ਐਂਡ ਅਫਰੀਕਾ ਦਾ ਸਾਰਿਆਂ ਨੂੰ ਮਾੜਾ ਹਾਲ ਹੈ। ਉੱਥੇ ਤਾਂ ਖੈਰ ਫੂਡ ਕ੍ਰਾਈਸਿਸ ਹੀ ਇਹਨਾਂ ਨਾ, ਪੋਸ਼ਣ ਬੱਚਿਆਂ ਦਾ ਜਿਹੜਾ ਉਹ ਬਹੁਤ ਔਖਾ, ਬਹੁਤ ਬੁਰੀ ਹਾਲਤ ਹੈ। ਹਾਂ, ਜਿਹੜੀਆਂ ਗੱਲਾਂ ਇੱਥੇ ਕਰਦੇ ਪ੍ਰੋਟੀਨ ਇੰਨਾ ਲਓ, ਫਲਾਣੀ ਚੀਜ਼ ਨਹੀਂ ਲਓ, ਉੱਥੇ ਢਿੱਡ ਭਰਨੀ ਕੀ ਲਓ, ਢਿੱਡ ਭਰ ਲਈ ਕੀ ਲਓ। ਹਾਂ, ਹੁਣ ਤੁਸੀਂ ਦੇਖੋ, ਜਿਹੜਾ ਫੂਡ ਪ੍ਰੋਡਿਊਸ ਕਰਨ ਲਈ ਤੁਹਾਨੂੰ ਖਾਦ ਚਾਹੀਦਾ ਐਂਡ ਫਰਟੀਲਾਈਜ਼ਰ ਜਿਹੜਾ ਯੂਕਰੇਨ ਤੇ ਬੇਲਾਰੂਸ ਐਂਡ ਰਸ਼ੀਆ ਉਹ 40% ਪ੍ਰੋਡਿਊਸ ਕਰਦੇ ਆ, ਐਂਡ ਉਹ ਜੇ ਤੁਹਾਨੂੰ ਇਸ ਵੇਲੇ ਕਿਸਾਨੀ ਆ ਜਿਹੜੀ ਵਰਲਡ ਦੀ ਕਿਸਾਨੀ ਇਹ ਕਹਿ ਰਹੀ ਹੈ ਵੀ ਜੇ ਸਾਨੂੰ ਦੂਸਰੀ ਖਾਦ ਹੀ ਨਾ ਮਿਲਿਆ, ਫਰਟੀਲਾਈਜ਼ਰ ਨਾ ਮਿਲਿਆ, ਔਰ ਫਰਟੀਲਾਈਜ਼ਰ ਦੀ ਕੀਮਤ ਡਬਲ ਹੋ ਗਈ। ਮੈਂ ਪਿੱਛੇ ਜਾਏ ਇੱਥੇ ਆਪਣੇ ਸਸਕੈਚੁਆਨ 'ਚ ਆ ਨਿਊਟਰੀਅਨ, ਉਹਦਾ ਬਲਜੀਤ ਜੀ ਮੈਂ ਲਿਆ ਸੀ ਸਟਾਕ, ਉਹ ਮੈਂ 58 ਦਾ ਲਿਆ ਸੀ, ਅੱਜ ਪਤਾ ਕਿੰਨੇ ਦਾ? $135। ਮਤਲਬ ਉਹ ਇਸ ਕਰਕੇ ਕਿ ਜਿਹੜੀ ਖਾਦ ਦੀ ਕੀਮਤ ਆ ਉਹ ਡਬਲ ਟ੍ਰਿਪਲ ਹੋ ਗਈ ਔਰ ਪਹੁੰਚ ਨਹੀਂ ਰਹੀ। ਕਿਸਾਨ ਇਹ ਕਹਿ ਰਿਹਾ ਵੀ ਅਸੀਂ ਜਿਹੜੀ ਪ੍ਰੋਡਿਊਸ ਕਿੱਦਾਂ ਕਰਾਂਗੇ ਜੇ ਸਾਨੂੰ ਫਰਟੀਲਾਈਜ਼ਰ ਨਹੀਂ ਮਿਲ ਰਿਹਾ, ਜੇ ਫਰਟੀਲਾਈਜ਼ਰ ਨਹੀਂ ਮਿਲਦਾ ਤਾਂ ਜਿਹੜੀ ਪੂਅਰ ਪ੍ਰੋਡਕਸ਼ਨ ਬੜੀ ਹੋ ਜਾਣੀ। ਸੋ ਇਹ ਦੀਜ਼ ਆਰ ਦੀ ਥਿੰਗਸ ਗੈਟਿੰਗ ਵੈਰੀ ਸੀਰੀਅਸ, ਐਂਡ ਹਾਲੇ ਤਾਂ ਸੀਰੀਅਸ ਇਹ ਸ਼ੁਰੂ ਹੋਇਆ। ਆਸ ਹੀ ਕਰਦੇ ਹਾਂ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਰਿਸੈਸ਼ਨ ਦੀ ਨੀਂਹ ਰੱਖ ਦਿੱਤੀ ਆ ਇਸ ਵਾਰ ਨੇ, ਤੇ ਇਨਫਲੇਸ਼ਨ ਇੰਨੀ ਵੱਧ ਗਈ ਆ, ਇੰਟਰਸਟ ਰੇਟ ਵਧਣ ਵਾਲੇ ਆ, ਪਰ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਸਟਾਕ ਮਾਰਕੀਟ 58 ਵਾਲਾ ਸ਼ੇਅਰ 135 ਦਾ ਹੋ ਗਿਆ, ਤੇ ਕੀ ਉਹ ਰਿਸੈਸ਼ਨ ਵੇਲੇ ਤੇ ਡਾਊਨ ਜਾਂਦਾ ਸਾਰਾ ਕੁਝ? ਦੇਖੋ ਯਾਰ, ਮੈਂ ਇਹਦੇ ਬਾਰੇ ਅੱਜ ਹੀ ਦੇਖਦਾ ਸੀ। ਇਹ ਜਿਹੜਾ ਅਜੀਬ ਸਿਚੁਏਸ਼ਨ ਹੈ, ਆਇਲ ਦੀ ਕੀਮਤ ਅੱਪ ਗਈ, ਆਇਲ ਦੇ ਸਟਾਕਸ ਅੱਪ ਗਏ, ਫਰਟੀਲਾਈਜ਼ਰ ਦੀ ਕੀਮਤ ਅੱਪ ਗਈ, ਫਰਟੀਲਾਈਜ਼ਰ ਦੇ ਸਟਾਕ ਅੱਪ ਚਲੇ ਗਏ, ਐਂਡ ਜਿਹੜੇ ਦੂਜੇ ਸਟਾਕਸ ਆ ਉਹ ਉੱਥੇ ਦੇ ਉੱਥੇ ਹੀ ਆ, ਐਂਡ ਉਹਨਾਂ ਦੇ ਵਿੱਚ ਵੀ ਹਾਲੇ ਉਹ ਵੀ ਅੱਪ ਜਾ ਰਹੇ ਆ। ਐਂਡ ਕਿਉਂਕਿ ਜਿਹੜੀ ਮਨੁੱਖੀ ਸੁਭਾਅ ਆ, ਅਸੀਂ ਉਹਨਾਂ ਚਿਰ ਯਕੀਨ ਨਹੀਂ ਕਰਦੇ ਜਿੰਨਾ ਚਿਰ ਇਹ ਗੱਲ ਹੈਪਨਿੰਗ ਨਹੀਂ ਹੋ ਜਾਂਦੀ। ਹੁਣ ਤੁਸੀਂ ਦੇਖੋ ਘਰਾਂ ਦੀ ਕੀਮਤ ਆ, ਇਹ ਦੱਸਦਾ ਕਿ ਜਿਹੜੀ ਮੌਰਗੇਜ ਆ 5 ਸਾਲ ਦੀ 3.5% ਹੋ ਗਈ, ਐਂਡ 13 ਅਪ੍ਰੈਲ ਨੂੰ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੈ, ਉਹਦੇ 'ਚ ਡਿਪਟੀ ਗਵਰਨਰ ਨੇ, ਬੈਂਕ ਆਫ ਕੈਨੇਡਾ ਡਿਪਟੀ ਗਵਰਨਰ ਨੇ ਕਹਿ ਦਿੱਤਾ ਕਿ ਇੰਟਰਸਟ ਰੇਟ ਇਫਸ ਐਂਡ ਬਟਸ ਨਹੀਂ, ਇਹ ਨਹੀਂ ਸਿਚੁਏਸ਼ਨ ਪੇ ਇੰਟਰਸਟ ਰੇਟ ਅੱਪ ਜਾਊਗਾ ਜਾਂ ਥੱਲੇ ਜਾਊਗਾ। ਹੁਣ ਸਿਚੁਏਸ਼ਨ ਇਹ ਆ ਕਿ ਇੰਟਰਸਟ ਰੇਟ ਕਿੰਨਾ ਅੱਪ ਜਾਊਗਾ। ਉਹਦੇ 'ਚ ਹੁਣ ਤੱਕ ਤਾਂ ਇਹ ਸੀਗਾ ਕਿ 1 ਕੁਆਟਰ ਅੱਪ ਜਾਊ। ਜੇ ਇੱਥੇ ਵੀ ਮੈਂ ਕਈ ਮੇਰੇ ਵੀ ਤੁਹਾਡੇ ਹੁਣ ਤੇ ਜਿਹੜੇ ਇਕਨੋਮੀ ਦੇ ਮਾਰ ਆ ਉਹ ਕਹਿ ਰਹੇ 2% ਸਿੱਧੇ ਤੌਰ ਤੇ ਅੱਪ ਕਰ ਦਿਓ ਇੱਕਦਮ ਹੀ, ਮਾਰੇ ਜਾਣਗੇ ਲੋਕ। ਬਹੁਤ ਘਰ ਖਾਲੀ ਕਰਕੇ ਭੱਜਣਗੇ, ਫਿਰ ਕਿੱਥੋਂ ਦੇਣਗੇ ਮੌਰਗੇਜ, ਕਿੱਥੋਂ ਭਰਨੀ ਨਹੀਂ। ਜਿਹੜੇ ਲੋਕਾਂ ਨੇ ਜਿਹੜਾ $500,000 ਦਾ ਘਰ ਆ ਉਹਨੂੰ 1.25 ਮਿਲੀਅਨ 1.5 ਮਿਲੀਅਨ ਤੇ ਲਿਆ ਜਾ ਕੇ, ਤੇ ਉਹਦੇ ਤੇ ਰੇਟ ਜਿਹੜਾ ਇੰਟਰਸਟ ਹੀ ਉਦੋਂ ਬਹੁਤ ਘੱਟ ਸੀ। ਹੁਣ ਜੇ ਪਹਿਲਾਂ ਹੀ ਮਹਿੰਗਾਈ ਦੀ ਦਰ ਕਰਕੇ ਮਹਿੰਗਾ ਘਰ ਲੈ ਲਿਆ, ਘਰ ਦਾ ਰੇਟ 1.5 ਮਿਲੀਅਨ ਤੋਂ ਆ ਗਿਆ 8 ਲੱਖ ਦੇ ਕਰੀਬ, ਤੇ ਦੂਜੇ ਪਾਸੇ ਰੇਟ ਆਫ ਇੰਟਰਸਟ 2% ਹੋਰ ਵੱਧ ਗਿਆ, ਤੇ ਫਿਰ ਘਰ ਖਾਲੀ ਕਰਕੇ ਭੱਜਣਗੇ ਨਹੀਂ ਲੋਕ। ਕਿੰਨਾ ਇੱਕ ਪਾਸੇ ਦੂਰਾ ਨੁਕਸਾਨ ਹੋ ਗਿਆ, ਇੱਕ ਤਾਂ ਲਿਆ ਮਹਿੰਗਾ ਉਹ ਅੱਧਾ ਹੋ ਗਿਆ, ਦੂਜੇ ਪਾਸੇ ਜਿਹੜਾ ਲੋਨ ਚੁੱਕਿਆ ਸੀ ਉਹ ਡਬਲ ਹੋ ਗਿਆ, ਫਿਰ ਕੀ ਕਰਾਂਗੇ? ਗਿੱਲ ਸਾਹਿਬ, ਆਹ ਜਿਹੜੀ ਗੱਲ ਆ, ਮੈਂ ਇੱਥੇ ਕੈਨੇਡਾ 'ਚ ਰਹਿੰਦੇ ਨੂੰ ਮੈਨੂੰ ਬਹੁਤ ਚਿਰ ਹੋ ਗਿਆ, ਮੈਂ 1970 ਦਾ ਰਹਿਣਾ, ਮੈਂ ਬੜੇ ਉਤਰਾਅ ਚੜ੍ਹਾਅ ਦੇਖਿਆ ਇੱਥੇ। ਇੱਦਾਂ ਦੇ ਦੇਖਿਆ ਵੀ ਅੱਜ ਦਾ ਹੁਣ ਆਪਣੇ ਹੋਈ ਆ ਨਾ, ਜਿੱਦਾਂ ਘਰ ਇੱਕ ਲੋਟਰੀ ਦੀ ਤਰ੍ਹਾਂ ਲੋਕਾਂ ਨੇ ਲੋਕਾਂ ਨੇ ਉੱਤੇ ਲਾਈਨ ਆਫ ਕ੍ਰੈਡਿਟ ਬਣਾ ਕੇ ਪਿੱਗੀ ਬੈਂਕ ਦੀ ਤਰ੍ਹਾਂ ਯੂਜ਼ ਕੀਤਾ। ਇਹ ਉਹਨਾਂ ਚਿਰ ਦਾ ਕੰਮ ਸੀਗਾ ਠੀਕ, ਜਿੰਨਾ ਚਿਰ ਲੋ ਇੰਟਰਸਟ ਰੇਟ ਸੀ, ਫ੍ਰੀ ਮਨੀ ਸੀ। ਜਦੋਂ ਇਹ ਟਾਈਟ ਹੋ ਜਾਂਦਾ, ਮੈਂ ਹਾਂ ਗੱਲ ਵੀ ਦੇਖੀ ਆ, ਇੱਥੋਂ ਲੋਕੀ ਘਰ ਛੱਡ ਕੇ ਨੱਠਦੇ ਦੇਖੇ ਆ। ਅਮਰੀਕਾ 'ਚ ਆਪਾਂ ਹੁਣੇ ਦੇਖਿਆ, ਪਿਛਲੇ ਥੋੜ੍ਹੇ ਸਾਲ ਹੀ ਹੋਇਆ ਜਿਹੜਾ ਸੈਸ਼ਨ 'ਚ ਨਿਕਲ ਕੇ ਆਏ ਆਪਾਂ, ਉੱਥੇ ਮੇਰੇ ਨੌਨ ਲੋਕਾਂ ਦੇ ਡਿਟਰਾਇਟ 'ਚ ਜੋ ਹਾਲ ਹੋਇਆ, $1 ਦਾ ਘਰ ਵੀ ਦਿੱਤਾ ਕਾਰਪੋਰੇਸ਼ਨ ਨੇ ਮੁੜ ਕੇ, ਲੈ ਲਓ ਇਸ ਬਿਜਲੀ ਲਾਓ, ਘੱਟੋ ਘੱਟ ਸਰਕਲ ਤੇ ਚੱਲੇ। ਅਸੀਂ ਇਹ ਡਰਾਉਂਦੇ ਤਾਂ ਨਹੀਂ, ਸ਼ਾਇਦ ਕੈਨੇਡਾ 'ਚ ਤਾਂ ਇਹ ਸਿਚੁਏਸ਼ਨ ਨਾ ਹੋਵੇ, ਕਿਉਂਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਫੈਕਟਰਸ ਆ। ਇੱਕ ਫੈਕਟਰਸ ਇਹ ਆ ਕਿ ਇੱਥੇ ਇਮੀਗ੍ਰਾਂਟਸ ਬਹੁਤ ਆ ਰਹੇ ਆ। 2024 ਤੱਕ 1.3 ਮਿਲੀਅਨ
ਇਮੀਗ੍ਰੈਂਟਸ ਆ ਨਹੀਂ ਜਾਣੇ। ਮੈਂ ਤੁਹਾਡੇ ਨਾਲ ਬਹੁਤਾ ਸਹਿਮਤ ਨਹੀਂ। ਜੇ ਇਮੀਗ੍ਰੈਂਟਸ ਲਿਆਉਣੇ ਹੀ ਸਮੱਸਿਆ ਦਾ ਹੱਲ ਹੋਵੇ ਤੇ ਅਮਰੀਕਾ ਨੂੰ ਕੀ ਪ੍ਰੋਬਲਮ? ਉਹ ਵੀ ਇਮੀਗ੍ਰੈਂਟਸ ਲੈ ਆਊ ਤੇ ਆਪਣੀ ਇਕਨੋਮੀ ਕਰ ਲੂਗਾ। ਉੱਥੇ ਵੀ ਤਾਂ ਆਉਂਦੇ ਹੀ ਆ, ਬਹੁਤ ਘੱਟ ਆਉਂਦੇ ਨਾ ਸਾਡੇ ਕੰਪੈਰੀਟਿਵਲੀ। ਜਿੱਦਾਂ ਜਿਹੜੇ ਹੁਣ ਫਰੰਟ ਗੇਟ ਖੁੱਲੇ ਆ ਉਹ ਤੇ ਕੈਨੇਡਾ ਦੇ ਖੁੱਲੇ ਆ, ਆਸਟ੍ਰੇਲੀਆ ਦੇ ਖੁੱਲੇ ਆ, ਨਿਊਜ਼ੀਲੈਂਡ ਦੇ ਖੁੱਲੇ ਆ। ਉਹਦੇ ਕੰਪੈਰੀਟਿਵਲੀ ਅਮਰੀਕਾ 'ਚ ਬਹੁਤ ਘੱਟ ਨੇ। ਅਮਰੀਕਾ 'ਚ ਤੇ ਹੁਣ ਜੇ ਵੇਖਿਆ ਜਾਵੇ ਤਾਂ ਸਿੱਧੇ ਤੌਰ ਤੇ ਮੇਰੇ ਖਿਆਲ ਇਮੀਗ੍ਰੈਂਟ ਜਾਣ ਦਾ ਕੋਈ ਏਡਾ ਚਾਂਸ ਹੀ ਨਹੀਂ ਨਾ ਸਟੱਡੀ ਵਾਸਤੇ। ਹਾਂ, ਹਾਇਰ ਸਟੱਡੀ ਵਾਸਤੇ ਲੋਕ ਜਾਂਦੇ ਆ ਜਿਨ੍ਹਾਂ ਨੇ ਮਾਸਟਰ ਕਰਨੀ ਆ, PhD ਕਰਨੀ ਆ। ਦੇਖੋ ਜਿਹੜੀ ਇਮੀਗ੍ਰਾਂਟਸ ਦੀ ਸਿਚੁਏਸ਼ਨ ਹੈ, ਇਹ ਵੀ ਬੜਾ ਲੰਬਾ ਕੁਐਸਚਨ ਹੈ, ਆਪਾਂ ਫਿਰ ਕਿਸੇ ਦਿਨ ਕਰਾਂਗੇ। ਵਰਲਡ ਜਿਹੜੀ ਪਾਪੂਲੇਸ਼ਨ ਹੈ ਉਹ ਡਿਕਲਾਈਨ ਵੱਲ ਨੂੰ ਜਾ ਰਹੀ ਹੈ। ਮੈਂ ਕੱਲ੍ਹ ਹੀ ਰਸ਼ੀਆ ਬਾਰੇ ਵੀ ਰਿਪੋਰਟ ਪੜ੍ਹਦਾ ਸੀ। ਰਸ਼ੀਆ ਦੀ ਪਾਪੂਲੇਸ਼ਨ 142 ਮਿਲੀਅਨ ਹੈ ਐਂਡ ਰਸ਼ੀਆ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਡਿਕਲਾਈਨ ਹੋਈ ਜਾ ਰਹੀ ਹੈ। 1 ਮਿਲੀਅਨ ਬੰਦਾ ਘਟ ਗਿਆ ਕੋਵਿਡ ਦੇ ਨਾਲ। 800 ਪਤਾ ਨਹੀਂ ਕਿੰਨੀ ਡੈਥ ਹੋਈਆਂ, 80,000 ਉਹਦੇ ਨਾਲ ਡੈਥ ਹੋਈਆਂ। ਉਹ ਤੋਂ ਬਾਅਦ ਫਿਰ ਜਿਹੜੀ ਅਲਕੋਹਲ ਦੇ ਨਾਲ ਕਹਿੰਦੇ ਆ ਵੀ 25% ਡੈਥ ਹੋ ਰਹੀ ਹੈ ਰਸ਼ੀਆ ਦੇ ਵਿੱਚ। ਅੱਛਾ, ਵੈਸੇ ਤੇ ਜਿਹੜਾ ਵਰਲਡ ਕਾਰਪੋਰੇਟ ਆ ਉਹ ਤੇ ਚਾਹ ਹੀ ਰਿਹਾ ਸੀਗਾ। ਇੱਕ ਪਾਸੇ ਉਹਨਾਂ ਨੂੰ ਬਾਜ਼ਾਰ ਲਈ ਲੋਕ ਚਾਹੀਦੇ ਆ, ਇੱਕ ਪਾਸੇ ਚਾਹੀਦਾ ਸੀ ਕਿ ਜਿਹੜਾ ਬੋਝ ਬਣ ਰਹੇ ਨੇ ਬਜ਼ੁਰਗ ਸਾਡੇ ਵਰਗੇ, ਹੌਲੀ ਹੌਲੀ ਉਹ ਤੁਰ ਜਾਣ। ਹੋ ਰਹੀ ਹੈ ਸਿਚੁਏਸ਼ਨ ਹੁਣ ਦੇਖਣ 'ਚ ਆ ਰਿਹਾ। ਹੁਣ ਦੇਖੋ ਮੈਂ ਤੁਹਾਨੂੰ ਆਪਣੇ ਕੋਲ ਟਾਈਮ ਥੋੜ੍ਹਾ ਰਸ਼ੀਆ ਦੀ ਗੱਲ ਦੱਸਦਾ। ਰਸ਼ੀਆ 'ਚ ਓਲਡ ਪਾਪੂਲੇਸ਼ਨ ਬੜੀ ਹੋ ਰਹੀ ਹੈ। ਓਲਡ ਪਾਪੂਲੇਸ਼ਨ ਜਿਹੜੀ ਨਵੀਂ ਨਿਊ ਪਾਪੂਲੇਸ਼ਨ ਇਸ ਵੇਲੇ 1.5% ਹੈ, ਜਦੋਂ ਕਿ ਜਿਹੜੀ ਓਲਡ ਪਾਪੂਲੇਸ਼ਨ ਰਿਪਲੇਸ ਕਰਨ ਲਈ ਤੁਹਾਨੂੰ 2.1 ਚਾਹੀਦੀ ਹੈ ਬੱਚੇ। ਐਂਡ ਕੈਨੇਡਾ ਦੀ ਹੈਗੀ ਹੈ 1.4%। ਕੈਨੇਡਾ 'ਚ ਵੀ ਡਿਕਲਾਈਨ ਹੋ ਰਹੀ ਹੈ। ਇਸੇ ਕਰਕੇ ਕੈਨੇਡਾ ਵਾਲੇ ਮੋਰ ਇਮੀਗ੍ਰਾਂਟਸ ਲੈ ਰਹੇ ਆ। ਦੂਸਰੇ ਅਮਰੀਕਾ ਦੇ ਵਿੱਚ ਵੀ ਪਾਪੂਲੇਸ਼ਨ ਡਿਕਲਾਈਨ ਹੋ ਰਹੀ ਹੈ, ਪਰ ਰਸ਼ੀਆ 'ਚ ਸਭ ਤੋਂ ਜ਼ਿਆਦਾ ਹੋ ਰਹੀ ਹੈ। ਰਸ਼ੀਆ ਹੋਇਆ, ਜਾਪਾਨ ਹੋਇਆ, ਚਾਈਨਾ ਹੋਇਆ। ਚਾਈਨਾ ਦੇ ਵਿੱਚ 2% ਤੇ ਆ ਗਈ 2.1 ਤੋਂ। ਐਂਡ ਉਹਨਾਂ ਨੇ ਅੱਗੇ ਖੋਲਤਾ ਹੁਣ ਸਾਰਾ ਕੁਝ ਖੋਲਤਾ। ਪਹਿਲਾਂ ਤਾਂ ਕਹਿੰਦੇ ਸੀ ਜੇ 2 ਹੋ ਗਏ ਤੇ ਫਿਰ ਤੁਹਾਨੂੰ ਕਈ ਟੈਕਸ ਪਹਿਲਾਂ ਉਹਨਾਂ ਨੇ ਇੱਕ ਚਾਈਲਡ ਪਾਲਿਸੀ ਸੀ, ਫਿਰ 2 ਦੀ ਕੀਤੀ, ਹੁਣ 3 ਦੀ ਕੀਤੀ ਆ। ਹੁਣ ਉਹਨਾਂ ਨੇ ਇਨਸੈਂਟਿਵ ਦੇਣੇ ਸ਼ੁਰੂ ਕਰ ਦਿੱਤੇ। ਜਿੱਦਾਂ ਹੁਣ ਇੱਥੇ ਕੈਨੇਡਾ ਦੇ ਵਿੱਚ ਵੀ ਕਿਊਬਕ ਦੇ ਵਿੱਚ ਜੇ 1 ਬੱਚਾ ਹੁੰਦਾ ਤਾਂ ਉਹਦੇ ਤੁਹਾਨੂੰ ਪੈਸੇ ਦਿੰਦੇ ਆ। ਜੇ 2 ਬੱਚੇ ਹੁੰਦੇ ਆ ਫਿਰ ਤੁਹਾਨੂੰ ਜ਼ਿਆਦਾ ਦਿੰਦੇ ਆ। ਜੇ 3 ਬੱਚੇ ਹੁੰਦੇ ਉਹਨੂੰ ਫਿਰ ਤੁਹਾਨੂੰ ਜ਼ਿਆਦਾ ਦਿੰਦੇ ਆ। ਐਂਡ ਮਜਬੂਰੀ ਹੈ। ਰਸ਼ੀਆ ਹੋਇਆ, ਜਾਪਾਨ ਹੋਇਆ, ਬਹੁਤ ਸਾਰੇ ਇਹ ਕੰਟਰੀ ਇਮੀਗ੍ਰਾਂਟਸ ਨਹੀਂ ਲੈਂਦੇ, ਪਰ ਰਸ਼ੀਆ ਨੇ ਵੀ ਇਮੀਗ੍ਰਾਂਟਸ ਲੈਣੇ ਸ਼ੁਰੂ ਕਰਤੇ। ਵਰਲਡ ਦੇ ਵਿੱਚੋਂ ਨਹੀਂ, ਖਾਸ ਤੌਰ 'ਤੇ ਉਹਦੇ ਮੁੱਢ ਲੱਗਦੇ ਜਿੱਦਾਂ ਉਜ਼ਬਕਿਸਤਾਨ, ਕਾਜ਼ਖਸਤਾਨ। ਹਾਂਜੀ, ਜਿਹੜੇ ਉਹ ਉਸੇ ਕੰਟੀਨੈਂਟਸ ਜਾਂ ਜਿਹੜੇ ਉਹਨਾਂ ਦੇ ਸੱਭਿਆਚਾਰ ਨਾਲ ਮੇਲ ਖਾਂਦੇ ਕੰਟਰੀ ਨੇ। ਹਾਂਜੀ, ਉੱਥੋਂ ਜਿਹੜੀ ਹੁਣ ਰਸ਼ੀਆ ਦੀ ਲੜਾਈ ਹੋਈ ਹੈ, ਇਹਦੇ 'ਚ ਰਸ਼ੀਆ ਨੂੰ ਬਹੁਤ ਨੁਕਸਾਨ ਹੋ ਰਿਹਾ, ਕਿਉਂਕਿ ਜਿੱਥੇ ਸੈਂਕਸ਼ਨਸ ਨਾਲ ਲਾਈਆਂ ਉੱਥੇ ਜਿਹੜੀ ਰਸ਼ੀਆ ਦੀ ਯੰਗ ਕਰੀਮ, ਐਜੂਕੇਟਡ ਯੰਗ ਕਰੀਮ ਹੈ, ਉਹ ਨੱਠਦੀ ਜਾ ਰਹੀ ਹੈ ਉੱਥੋਂ, ਰਸ਼ੀਆ ਤੋਂ ਨਿਕਲਦੀ ਜਾ ਰਹੀ ਹੈ। ਹੂ ਗੋਨਾ ਬੈਨੀਫਿਟ ਦੀ ਅਦਰ ਕੰਟਰੀਜ਼। ਹੁਣ ਜਾਰਜੀਆ ਚਲ ਜਾਓ, ਉਹ ਰਸ਼ੀਅਨ ਦੇ ਨਾਲ ਭਰ ਗਿਆ। ਰਸ਼ੀਅਨ ਨੌਜਵਾਨ ਉੱਥੋਂ ਐਜੂਕੇਟਡ ਮੁੰਡੇ ਨੱਠ ਗਏ ਵੀ ਇੱਥੇ ਪਤਾ ਨਹੀਂ ਕੀ ਬਣਨਾ, ਇੱਥੇ ਤਾਂ ਰੁਜ਼ਗਾਰ ਵੀ ਨਹੀਂ ਮਿਲ ਰਿਹਾ। ਰਸ਼ੀਆ 'ਚ ਅਨਪਲੋਇਮੈਂਟ ਬੜੀ ਹੋ ਗਈ। ਐਂਡ ਸੋ ਇੱਦਾਂ ਦੀ ਸਿਚੁਏਸ਼ਨ ਹੋ ਰਹੀ ਹੈ ਜੀ। ਇਟਸ ਬੜੀ ਕ੍ਰਿਟੀਕਲ ਸਿਚੁਏਸ਼ਨ। ਐਂਡ ਖਾਸ ਤੌਰ 'ਤੇ ਜਿਹੜੇ ਤੁਸੀਂ ਅਸੀਂ ਆ, ਵੀ ਸਟਿਲ ਅਲਾਈਵ, ਵੀ ਗੋਨਾ ਵਾਚ। ਕਦੀ ਸੋਚਿਆ ਸੀ ਵੀ ਸਾਡੇ ਹੁੰਦਿਆਂ ਇੱਦਾਂ ਦੀ ਸਿਚੁਏਸ਼ਨ ਹੋ ਜਾਊਗੀ? ਵੀ ਨੈਵਰ ਥੋਟ ਦੈਟ ਵੇ। ਅੱਛਾ, ਆਪਣਾ ਇਕੋਨਮੀ 'ਤੇ ਗੱਲ ਕਰਨੀ ਆ, ਇਕੋਨਮੀ ਦਾ ਹੀ ਪ੍ਰੋਗਰਾਮ ਹੈ, ਪਰ ਮੈਂ ਸ਼ੁਰੂਆਤ ਦੇ ਜਿਹੜੀਆਂ ਤੁਸੀਂ 2-3 ਗੱਲਾਂ ਕਹੀਆਂ, ਮੈਂ ਉਹਦੇ 'ਚੋਂ ਕੋਈ ਸਵਾਲ ਤੁਹਾਨੂੰ ਕਰਨਾ ਚਾਹੁੰਦਾ। ਸਭ ਤੋਂ ਪਹਿਲਾ ਸਵਾਲ ਤਾਂ ਮੈਂ ਤੁਹਾਨੂੰ ਇਹ ਕਰਨਾ ਚਾਹੁੰਦਾ ਕਿ ਕੀ ਰਸ਼ੀਆ ਇਸ ਅਗਰੈਸਿਵਪਣ ਲਈ ਇਕੱਲਾ ਜ਼ਿੰਮੇਵਾਰ ਆ, ਜਾਂ ਹਾਲਾਤ ਇੱਦਾਂ ਦੇ ਬਣਾ ਦਿੱਤੇ ਗਏ ਨਾਟੋ ਵੱਲੋਂ, ਜਾਂ ਯੂਕਰੇਨ ਦੇ ਮੋਢੇ 'ਤੇ ਰੱਖ ਕੇ ਜਿੱਦਾਂ ਨਾਟੋ ਨੇ ਅਤੇ ਵੈਸਟਰਨ ਕੰਟਰੀ ਨੇ ਕੀਤਾ ਕਿ ਨਾਟੋ ਦਾ ਮੈਂਬਰ ਲੈ ਲਾਂਗੇ, ਉਹਨੂੰ ਹਵਾ ਦੇ ਦਿੱਤੀ ਅਤੇ ਉੱਥੇ ਮਿਜ਼ਾਈਲਾਂ ਲੱਗ ਜਾਣ ਉਹਦੇ ਆਲੇ ਦੁਆਲੇ। ਤੁਹਾਨੂੰ ਯਾਦ ਆ ਇੱਕ ਵਾਰੀ ਕਿਊਬਾ 'ਚ ਇੱਦਾਂ ਹੋਇਆ ਸੀਗਾ ਅਤੇ ਅਮਰੀਕਾ ਨੂੰ ਕਿੰਨੀ ਤਕਲੀਫ ਹੋਈ ਸੀ। ਔਰ ਫਿਰ ਉਹ ਵੀ ਇੱਕ ਮੁੱਢ ਬੱਝਾ ਸੀਗਾ ਸੋਵੀਅਤ ਸੰਘ ਨੂੰ ਤੋੜਨ ਦਾ, ਕਿ ਇਹ ਜੇ ਤਾਕਤਵਰ ਹੋ ਗਏ ਤੇ ਇਹ ਸਾਡੇ ਸਰਾਣੇ ਆ ਕੇ ਬਹਿ ਜਾਣਗੇ ਤੇ ਸਾਡਾ ਬੁਰਾ ਹਾਲ ਕਰਨਗੇ। ਤੇ ਅੱਜ ਰਸ਼ੀਆ ਕਿੱਦਾਂ ਅਲਾਓ ਕਰੇ ਕਿ ਮੇਰੇ ਬਾਰਡਰ 'ਤੇ ਆ ਕੇ ਨਾਟੋ ਵਾਲੇ ਮਿਜ਼ਾਈਲਾਂ ਲਾ ਦੇਣ। ਤੇ ਕਿਤੇ ਨਾ ਕਿਤੇ ਇਹ ਸਾਰਾ ਕੁਝ ਪ੍ਰੋਫੈਸਰ ਜਸਵੀਰ ਸਿੰਘ ਕਹਿੰਦੇ ਹੁੰਦੇ ਤੁੱਖਣਾ ਦੇ ਕੇ ਤੇ ਫਸਾਤਾ ਯੂਕਰੇਨੀਅਨ ਲੋਕਾਂ ਨੂੰ। ਮਰ ਉਹ ਰਹੇ ਆ, ਨਾ ਤੇ ਨਾਟੋ ਦੇ ਮੈਂਬਰ ਲਏ, ਨਾ ਉੱਥੇ ਫੌਜਾਂ ਭੇਜੀਆਂ, ਹਥਿਆਰ ਘੱਲੀ ਜਾ ਰਹੇ ਆ ਕਿ ਚਲਾਓ ਤੇ ਮਰੋ। ਤੇ ਆਪਾਂ ਬ੍ਰੇਕ ਵੀ ਇੱਕ ਲੈਣੀ ਆ, ਮੇਰਾ ਬ੍ਰੇਕ ਤੋਂ ਬਾਅਦ ਇਸ ਗੱਲ ਦਾ ਜਵਾਬ ਦੇ ਦਿਓ। ਪੋਲੀਟੀਕਲ ਸਵਾਲ ਹੈ ਵੈਸੇ, ਇਕੱਲੀ ਇਕੋਨਮੀ ਨਾਲ ਜੁੜਿਆ ਨਹੀਂ, ਕਿ ਕੀ ਇਕੱਲਾ ਰਸ਼ੀਆ ਇਸ ਜੰਗ ਲਈ ਜ਼ਿੰਮੇਵਾਰ ਹੈ? ਜਿੱਦਾਂ ਆਪਾਂ ਇੱਕ ਸਵੀਪਿੰਗ ਸਟੇਟਮੈਂਟ ਦੇ ਦਿੰਦੇ ਹਾਂ ਅਤੇ ਜਿੱਦਾਂ ਦਾ ਪ੍ਰਚਾਰ ਵੈਸਟਰਨ ਮੀਡੀਆ ਵੱਲੋਂ ਕੀਤਾ ਜਾ ਰਿਹਾ, ਆਪਣੇ ਆਪ ਨੂੰ ਬਚਾ ਰਹੇ ਆ ਕਿ ਅਸੀਂ ਉੱਚ ਜ਼ਿੰਮੇਵਾਰ ਨਹੀਂ ਹਾਂ,
ਇਸੇ ਕਰਕੇ ਹੀ ਦਖਲ ਨਹੀਂ ਦੇ ਰਹੇ ਕਿ ਵਰਲਡ ਵਾਰ ਨਾ ਬਣ ਜੇ। ਪਰ ਦੂਜੇ ਪਾਸੇ ਵਿਚਾਰੇ ਯੂਕਰੇਨੀਅਨ ਜਿਹੜੇ ਆ ਉਹਨਾਂ ਨੂੰ ਮਰਾ ਦਿੱਤਾ ਗਿਆ। ਜਿਸ ਤਰੀਕੇ ਨਾਲ ਉੱਥੇ ਹਥਿਆਰ ਦਿੱਤੇ ਜਾ ਰਹੇ ਆ, ਯੂਰਪ ਸਾਰਾ ਹਥਿਆਰ ਦੇ ਰਿਹਾ, ਇੰਗਲੈਂਡ ਦੇ ਰਿਹਾ, ਕੈਨੇਡਾ ਭੇਜ ਰਿਹਾ ਵਾ, ਅਮਰੀਕਾ ਨੇ ਤਾਂ ਭੇਜਣੇ ਹੀ ਆ। ਮੈਨੂੰ ਜਵਾਬ ਦੇ ਦਿਓ ਥੋੜ੍ਹਾ ਜਿਹਾ ਵੀ ਕੀ ਇਕੱਲਾ ਰਸ਼ੀਆ ਹੀ ਇਹਦੀ ਜ਼ਿੰਮੇਵਾਰ ਹੈ? ਇੱਕ ਬ੍ਰੇਕ ਲੈ ਲੈਣੇ ਇੱਥੇ, ਬ੍ਰੇਕ ਤੋਂ ਬਾਅਦ ਅਸੀਂ ਕੰਟੀਨਿਊ ਕਰਾਂਗੇ ਜੀ। ਬਹੁਤ ਸਾਰੀਆਂ ਗੱਲਾਂ ਹੋਰ ਕਰਨ ਵਾਲੀਆਂ ਨੇ ਇਕਨੋਮੀ ਨਾਲ ਸੰਬੰਧਿਤ ਵੱਖ-ਵੱਖ ਸਬ ਕੰਟੀਨੈਂਟ ਦੀਆਂ, ਉਹ ਵੀ ਆਪਾਂ ਜਾਣਾਂਗੇ ਢੀਂਡਸਾ ਸਾਹਿਬ ਕੋਲ ਅਗਲੀ ਸੈਗਮੈਂਟ ਦੇ ਵਿੱਚ।